श्रीमद् भगवत गीता चौथा अध्याय। श्री कृष्ण भगवान जी बोले, ए अविनाशी कर्मयोग ਪਹਿਲਾਂ ਮੈਂ ਸੂਰਜ ਨੂੰ ਸੁਣਾਇਆ ਸੀ। ਸੂਰਜ ਨੇ ਮਨੂ ਨੂੰ ਕਿਹਾ ਅਤੇ ਮਨੂ ਨੇ ਰਾਜਾ ਇਕਸ਼ਵਕੂ ਨੂੰ ਕਿਹਾ, ਹੇ ਅਰਜਨ, ਇਸ ਤਰ੍ਹਾਂ ਪਰੰਪਰਾ ਤੋਂ ਪ੍ਰਾਪਤ ਇਹ ਯੋਗ ਸਾਰਿਆਂ ਰਾਜ ਰਿਸ਼ੀਆਂ ਨੇ ਜਾਣਿਆ, ਲੇਕਿਨ ਜ਼ਿਆਦਾ ਸਮਾਂ ਬਤੀਤ ਹੋਣ ਨਾਲ ਇਸ ਦਾ ਲੋਪ ਹੋ ਗਿਆ। ਡੰਡੀ ਉਹ ਹੀ ਪੁਰਾਣਾ ਯੋਗ ਅੱਜ ਮੈਂ ਤੈਨੂੰ ਦੱਸਿਆ ਹੈ, ਕਿਉਂਕਿ ਤੂੰ ਮੇਰਾ ਭਗਤ ਅਤੇ ਮਿੱਤਰ ਹੈ। ਡੰਡੀ ਇਹ ਯੋਗ ਰਹੱਸ ਗੂੜ ਅਤੇ ਬਹੁਤ ਉੱਤਮ ਹੈ। ਡੰਡੀ ਅਰਜੁਨ ਕਹਿਣ ਲੱਗੇ, ਤੁਹਾਡਾ ਜਨਮ ਤਾਂ ਹਾਲੇ ਹੁਣੇ ਹੀ ਹੋਇਆ ਹੈ ਅਤੇ ਸੂਰਜ ਦਾ ਜਨਮ ਬਹੁਤ ਦਿਨ ਪਹਿਲਾਂ ਹੋਇਆ ਸੀ। ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਤੁਸੀਂ ਸੂਰਜ ਨੂੰ ਉਹ ਯੋਗ ਦੱਸਿਆ ਸੀ। ਡੰਡੀ ਸ਼੍ਰੀ ਕ੍ਰਿਸ਼ਨ ਭਗਵਾਨ ਬੋਲੇ, ਹੇ ਅਰਜਨ, ਮੇਰੇ ਅਤੇ ਤੇਰੇ ਬਹੁਤ ਸਾਰੇ ਜਨਮ ਹੋ ਚੁੱਕੇ ਹਨ, ਮੈਨੂੰ ਉਹ ਯਾਦ ਹਨ, ਤੂੰ ਭੁੱਲ ਚੁੱਕਿਆ ਹੈ। ਡੰਡੀ ਮੈਂ ਜਨਮ ਤੋਂ ਰਹਿਤ ਅਵਿਨਾਸ਼ੀ ਸਾਰਿਆਂ ਪ੍ਰਾਣੀਆਂ ਦਾ ਸਵਾਮੀ ਆਪਣੀ ਪ੍ਰਕਿਰਤੀ ਵਿੱਚ ਸਥਿਤ ਹਾਂ। ਡੰਡੀ ਫਿਰ ਵੀ ਆਪਣੀ ਮਾਇਆ ਨਾਲ ਜਨਮਦਾ ਹਾਂ। ਡੰਡੀ ਹੇ ਭਾਰਤ, ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਦਾ ਬੋਲਬਾਲਾ ਹੋ ਜਾਂਦਾ ਹੈ, ਉਦੋਂ ਹੀ ਮੈਂ ਜਨਮ ਲੈਂਦਾ ਹਾਂ। ਡੰਡੀ ਸਾਧੂਆਂ ਦੀ ਰੱਖਿਆ, ਪਾਪੀਆਂ ਦਾ ਵਿਨਾਸ਼ ਅਤੇ ਧਰਮ ਦੀ ਸਥਾਪਨਾ ਕਰਨ ਲਈ ਹਰ ਯੁੱਗ ਵਿੱਚ ਮੈਂ ਜਨਮ ਲੈਂਦਾ ਹਾਂ। ਡੰਡੀ ਜਿਹੜਾ ਮੇਰੇ ਇਸ ਅਲੌਕਿਕ ਜਨਮ ਅਤੇ ਕਰਮ ਦਾ ਤੱਤ ਜਾਣਦਾ ਹੈ, ਉਹ ਮਰਨ 'ਤੇ ਫਿਰ ਜਨਮ ਨਹੀਂ ਲੈਂਦਾ ਅਤੇ ਮੇਰੇ ਮਰੇ ਵਿੱਚ ਲੀਨ ਹੋ ਜਾਂਦਾ ਹੈ। ਡੰਡੀ ਇਸ ਤਰ੍ਹਾਂ ਮੋਹ ਭੈ ਅਤੇ ਕ੍ਰੋਧ ਛੱਡ ਕੇ ਮੇਰੇ ਵਿੱਚ ਭਗਤੀ ਕਰਕੇ ਮੇਰੀ ਸ਼ਰਨਾਗਤ ਹੋਵੇ। ਡੰਡੀ ਬਹੁਤ ਸਾਰੇ ਮਨੁੱਖ ਗਿਆਨ ਰੂਪੀ ਤਪ ਨਾਲ ਪਵਿੱਤਰ ਹੋ ਕੇ ਮੇਰੇ ਵਿੱਚ ਮਿਲ ਗਏ ਹਨ। ਡੰਡੀ ਜੋ ਜਿਸ ਭਾਵ ਨਾਲ ਮੇਰਾ ਪੂਜਨ ਕਰਦਾ ਹੈ, ਉਸ ਨੂੰ ਮੈਂ ਉਸੇ ਤਰ੍ਹਾਂ ਦਾ ਫਲ ਦਿੰਦਾ ਹਾਂ। ਡੰਡੀ ਹੇ ਪਾਰਥ, ਮਨੁੱਖ ਸਭ ਤਰ੍ਹਾਂ ਨਾਲ ਮੇਰੇ ਹੀ ਮਾਰਗ ਦਾ ਅਨੁਸਰਨ ਕਰਦੇ ਹਨ। ਡੰਡੀ ਭਾਵ ਉਹ ਚਾਹੇ ਜਿਸ ਤਰ੍ਹਾਂ ਦੀ ਸੇਵਾ ਕਰਨ, ਉਹ ਮੇਰੀ ਹੀ ਸੇਵਾ ਹੈ। ਡੰਡੀ ਮਨੁੱਖ ਲੋਕ ਵਿੱਚ ਕਰਮ ਸਿੱਧੀ ਦੀ ਇੱਛਾ ਕਰਨ ਵਾਲੇ ਲੋਕ ਦੇਵਤਿਆਂ ਦਾ ਪੂਜਨ ਕਰਦੇ ਹਨ, ਕਿਉਂਕਿ ਇਸ ਲੋਕ ਵਿੱਚ ਕਰਮ ਦੀ ਸਿੱਧੀ ਜਲਦੀ ਹੁੰਦੀ ਹੈ। ਡੰਡੀ ਮੈਂ ਚਾਰਾਂ ਵਰਨਾਂ ਦੀ ਸ੍ਰਿਸ਼ਟੀ ਆਪਣੇ ਆਪਣੇ ਗੁਣ ਅਤੇ ਕਰਮ ਨਾਲ ਕੀਤੀ ਹੈ। ਡੰਡੀ ਸ੍ਰਿਸ਼ਟੀ ਦਾ ਕਰਤਾ ਮੈਂ ਹੀ ਹਾਂ, ਫਿਰ ਵੀ ਮੈਨੂੰ ਅਵਿਨਾਸ਼ੀ ਸਮਝੋ। ਕਰਮ ਮੈਨੂੰ ਬੇਵਸ ਨਹੀਂ ਕਰ ਸਕਦੇ ਅਤੇ ਕਰਮ ਫਲ ਵਿੱਚ ਮੇਰੀ ਕਾਮਨਾ ਨਹੀਂ ਹੈ। ਡੰਡੀ ਇਸ ਤਰ੍ਹਾਂ ਸਮਝ ਕੇ ਪ੍ਰਾਚੀਨ ਮੁਮੁਕਸ਼ਿਆਂ ਮੁਕਤੀ ਦੀ ਇੱਛਾ ਕਰਨ ਵਾਲਿਆਂ ਨੇ ਵੀ ਕਰਮ ਕੀਤੇ ਹਨ। ਡੰਡੀ ਇਸ ਲਈ ਪਹਿਲੇ ਪੁਰਸ਼ਾਂ ਦੇ ਪਹਿਲੇ ਕੀਤੇ ਹੋਏ ਕਰਮ ਨੂੰ ਤੂੰ ਵੀ ਕਰ। ਡੰਡੀ ਹੇ ਅਰਜਨ, ਕਰਮ ਕੀ ਹੈ ਅਤੇ ਅਕਰਮ ਕੀ ਹੈ, ਇਸ ਦੇ ਵਿਚਾਰ ਵਿੱਚ ਵਿਦਵਾਨਾਂ ਦੀ ਬੁੱਧੀ ਵੀ ਚਕਰਾ ਜਾਂਦੀ ਹੈ। ਉਸੇ ਕਰਮ ਦਾ ਬਿਆਨ ਮੈਂ ਤੈਨੂੰ ਕਰਾਂਗਾ। ਡੰਡੀ ਜਿਸ ਦੇ ਜਾਣਨ ਨਾਲ ਸੰਸਾਰ ਦੇ ਬੰਧਨ ਤੋਂ ਛੁੱਟ ਕੇ ਮੁਕਤੀ ਦੇ ਭਾਗੀ ਹੋਵੋਗੇ। ਕਰਮ, ਵਿਕਰਮ ਅਤੇ ਅਕਰਮ ਤਿੰਨਾਂ ਦਾ ਜਾਣਨਾ ਜ਼ਰੂਰੀ ਹੈ, ਕਿਉਂਕਿ ਕਰਮ ਦੀ ਗਤੀ ਬਹੁਤ ਗੰਭੀਰ ਹੈ। ਜੋ ਕਰਮ ਵਿੱਚ ਅਕਰਮ ਅਤੇ ਅਕਰਮ ਵਿੱਚ ਕਰਮ ਵੇਖਦਾ ਹੈ, ਉਹ ਹੀ ਪੁਰਸ਼ ਬੁੱਧੀਮਾਨ ਹੈ, ਉਹ ਹੀ ਯੋਗੀ ਅਤੇ ਸਾਰਿਆਂ ਕਰਮਾਂ ਨੂੰ ਕਰਨ ਵਾਲਾ ਹੈ। ਹੇ ਅਰਜੁਨ, ਜੋ
ਕਰਮ ਕਰਨ ਵਿੱਚ ਕੋਈ ਕਾਮਨਾ ਨਹੀਂ ਰੱਖਦਾ ਅਤੇ ਜਿਸ ਦੇ ਸਾਰੇ ਕਰਮ ਗਿਆਨ ਰੂਪੀ ਅੱਗ ਨਾਲ ਭਸਮ ਨਿਰਮਲ ਹੋ ਗਏ ਹਨ, ਉਸੇ ਨੂੰ ਹੀ ਪੰਡਤ ਕਹਿੰਦੇ ਹਨ ਡੰਡੀ। ਜਿਹੜਾ ਫਲ ਦੀ ਆਸ ਛੱਡ ਕੇ ਕਰਮ ਕਰਦਾ ਹੈ ਅਤੇ ਉਸ ਵਿੱਚ ਲਗਾਓ ਵੀ ਨਹੀਂ ਰੱਖਦਾ ਹੈ ਅਤੇ ਬੇਆਸਰਾ ਹੋ ਕੇ ਹਮੇਸ਼ਾ ਸੰਤੁਸ਼ਟ ਰਹਿੰਦਾ ਹੈ, ਅਜਿਹਾ ਮਨੁੱਖ ਕਰਮਾਂ ਨਾਲ ਘਿਰੇ ਰਹਿਣ 'ਤੇ ਵੀ ਮਨ ਲਵ ਕੁਝ ਨਹੀਂ ਕਰਦਾ ਹੈ ਡੰਡੀ। ਜਿਹੜੇ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਮਨ ਅਤੇ ਆਤਮਾ ਨੂੰ ਵਸ ਵਿੱਚ ਕਰਕੇ ਸੰਸਾਰੀ ਝਗੜਿਆਂ ਤੋਂ ਛੁੱਟ ਕੇ ਸਿਰਫ ਸਰੀਰ ਨਾਲ ਕਰਮ ਕਰਦੇ ਹਨ, ਉਹ ਵੀ ਕਰਮ ਬੰਧਨਾਂ ਤੋਂ ਸੰਤਾਪਿਤ ਦੁਖੀ ਨਹੀਂ ਹੁੰਦੇ ਡੰਡੀ। ਦੇਵ ਯੋਗ ਨਾਲ ਜੇ ਕੁਝ ਮਿਲ ਜਾਵੇ ਉਸੇ ਵਿੱਚ ਹੀ ਜਿਹੜਾ ਸੰਤੁਸ਼ਟ ਰਹਿੰਦਾ ਹੈ, ਜਿਹੜਾ ਸੁੱਖ ਦੁੱਖ ਦਾਦ ਦੰਦਾਂ ਤੋਂ ਮੁਕਤ ਹੈ ਅਤੇ ਕਿਸੇ ਨਾਲ ਈਰਖਾ ਨਹੀਂ ਕਰਦਾ, ਕਰਮ ਦੀਆਂ ਸਿੱਧੀਆਂ ਅਤੇ ਅਸਿੱਧੀਆਂ ਵਿੱਚ ਫਰਕ ਨਹੀਂ ਸਮਝਦਾ, ਉਹ ਕਰਮ ਕਰਦਿਆਂ ਹੋਇਆਂ ਵੀ ਉਸ ਵਿੱਚ ਨਹੀਂ ਵੱਜਦਾ, ਜਿਹੜਾ ਫਲ ਦੀ ਇੱਛਾ ਨਹੀਂ ਰੱਖਦਾ, ਵਾਸ਼ਨਾ ਤੋਂ ਦੂਰ ਹੋ ਗਿਆ ਹੈ, ਗਿਆਨ ਵਿੱਚ ਜਿਸ ਦਾ ਮਨ ਅਚਲ ਹੈ ਅਤੇ ਜਿਹੜਾ ਯੱਗ ਲਈ ਕਰਮ ਕਰਦਾ ਹੈ ਉਸਦੇ ਕਰਮਾਂ ਦਾ ਲੋਪ ਹੋ ਜਾਂਦਾ ਹੈ। ਇਸ ਤਰ੍ਹਾਂ ਜਿਸ ਦੀ ਬੁੱਧੀ ਵਿੱਚ ਸਾਰੇ ਕਰਮ ਗਿਆਨਮਏ ਹਨ, ਉਹਨਾਂ ਨੂੰ ਬ੍ਰਹਮ ਪ੍ਰਾਪਤ ਹੁੰਦਾ ਹੈ ਡੰਡੀ। ਕੋਈ ਕਰਮ ਯੋਗੀ ਦੇਵਤਿਆਂ ਦੀ ਪੂਜਾ ਕਰਦੇ ਹਨ ਅਤੇ ਕੋਈ ਗਿਆਨ ਯੋਗੀ ਬ੍ਰਹਮ ਰੂਪੀ ਅੱਗ ਵਿੱਚ ਗਿਆਨ ਰੂਪੀ ਇੰਦਰੀਆਂ ਨੂੰ ਅਤੇ ਸਾਰਿਆਂ ਕਰਮਾਂ ਨੂੰ ਸੰਜਮ ਰੂਪੀ ਅੱਗ ਵਿੱਚ ਇੰਦਰੀਆਂ ਦੇ ਰੂਪ ਸ਼ਬਦ ਆਦਿ ਵਿਸ਼ਿਆਂ ਨੂੰ ਹਵਨ ਕਰ ਦਿੰਦੇ ਹਨ ਡੰਡੀ। ਕਿੰਨੇ ਹੀ ਲੋਕ ਇੰਦਰੀਆਂ ਦੇ ਸਾਰਿਆਂ ਕਰਮਾਂ ਅਤੇ ਪ੍ਰਾਣਾਂ ਦੇ ਕਰਮਾਂ ਨੂੰ ਆਤਮ ਗਿਆਨ ਨਾਲ ਪ੍ਰਜਵਲਿਤ ਆਤਮ ਸੰਜਮ ਰੂਪੀ ਅੱਗ ਵਿੱਚ ਹਵਨ ਕਰ ਦਿੰਦੇ ਹਨ ਡੰਡੀ। ਕੋਈ ਤਾਂ ਦ੍ਰਵ ਯੱਗ ਕਰਦੇ ਹਨ, ਕੋਈ ਤਪ ਯੱਗ, ਕੋਈ ਯੋਗ ਯੱਗ, ਕੋਈ ਸਧਿਆਈ ਅਤੇ ਕੋਈ ਗਿਆਨ ਰੂਪੀ ਯੱਗ ਕਰਦੇ ਹਨ ਅਤੇ ਕੋਈ ਪ੍ਰਾਣਾਯਾਮ ਵਿੱਚ ਲੀਨ ਰਹਿਣ ਵਾਲੇ ਯੋਗੀ ਪ੍ਰਾਣ ਅਤੇ ਅਪਾਨ ਹਵਾ ਵਿੱਚ ਪ੍ਰਾਣ ਨੂੰ ਰੋਕਦੇ ਹਨ ਅਤੇ ਹਵਾ ਵਿੱਚ ਅਪਾਨ ਹਵਾ ਨੂੰ ਲਾਏ ਕਰਦੇ ਹਨ, ਕੋਈ ਆਹਾਰ ਨੂੰ ਲਗਾਤਾਰ ਘੱਟ ਕਰਕੇ ਪ੍ਰਾਣ ਵਿੱਚ ਹਵਨ ਕਰਦੇ ਹਨ, ਉਹ ਸਾਰੇ ਯੱਗ ਵੇਤਾ ਹਨ ਅਤੇ ਯੱਗ ਦੇ ਨਾਲ ਹੀ ਇਹਨਾਂ ਸਾਰਿਆਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਡੰਡੀ। ਜਿਹੜੇ ਯੱਗ ਵਿੱਚ ਬਚੇ ਹੋਏ ਅੰਮ੍ਰਿਤ ਰੂਪੀ ਅੰਨ ਨੂੰ ਖਾਂਦੇ ਹਨ, ਉਹ ਸਨਾਤਨ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ ਡੰਡੀ। ਹੇ ਅਰਜੁਨ, ਜਿਹੜੇ ਯੱਗ ਨਹੀਂ ਕਰਦੇ ਉਹਨਾਂ ਦੇ ਇਹ ਲੋਕ ਅਤੇ ਪਰਲੋਕ ਦੋਨੇ ਨਹੀਂ ਹਨ ਡੰਡੀ। ਇਸ ਤਰ੍ਹਾਂ ਦੇ ਬਹੁਤ ਸਾਰੇ ਯੱਗ ਵੇਦ ਵਿੱਚ ਪੂਰੇ ਵਿਸਥਾਰ ਨਾਲ ਬਿਆਨ ਕੀਤੇ ਗਏ ਹਨ ਡੰਡੀ। ਇਹਨਾਂ ਸਾਰਿਆਂ ਨੂੰ ਕਰਮ ਤੋਂ ਪੈਦਾ ਹੋਇਆ ਸਮਝੋ, ਇਹਨਾਂ ਨੂੰ ਜਾਣ ਕੇ ਤੋਂ ਮੁਕਤੀ ਨੂੰ ਪ੍ਰਾਪਤ ਕਰੋਗੇ। ਹੇ ਪ੍ਰਤੰਪ, ਦ੍ਰਵਮਈ ਯੱਗ ਨਾਲੋਂ ਗਿਆਨ ਯੱਗ ਉੱਤਮ ਹੈ। ਹੇ ਪਾਰਥ, ਫਲ ਸਮੇਤ ਸਾਰੇ ਕਰਮ ਗਿਆਨ ਵਿੱਚ ਹੀ ਖਤਮ ਹੋ ਜਾਂਦੇ ਹਨ, ਇਸ ਲਈ ਉਸ ਗਿਆਨ ਯੱਗ ਦਾ ਤਤਦਰਸ਼ੀ ਅਤੇ ਗਿਆਨੀ ਲੋਕ ਤੈਨੂੰ ਉਪਦੇਸ਼ ਕਰਨਗੇ। ਇਸ ਲਈ ਤੂੰ ਉਹਨਾਂ ਦੀ ਸੇਵਾ ਕਰਨਾ ਅਤੇ ਉਹਨਾਂ ਨੂੰ ਨਿਮਰਤਾ ਨਾਲ ਪ੍ਰਸ਼ਨ ਕਰਕੇ ਗਿਆਨ ਯੱਗ ਨੂੰ ਜਾਣਨਾ ਡੰਡੀ। ਇਸ ਗਿਆਨ ਦੇ ਲਾਭ ਦੇ ਕਾਰਨ ਤੈਨੂੰ ਅਜਿਹਾ ਮੋਹ ਫਿਰ ਨਹੀਂ ਹੋਵੇਗਾ। ਇਸੇ ਗਿਆਨ ਨਾਲ ਸਾਰੀਆਂ ਪ੍ਰਾਣੀਆਂ ਨੂੰ ਤੂੰ ਆਪਣੇ ਵਿੱਚ ਅਤੇ ਮੇਰੇ ਵਿੱਚ ਵੀ ਵੇਖੇਂਗਾ ਡੰਡੀ। ਜੇਕਰ ਸਾਰੇ ਪਾਪੀਆਂ ਨਾਲੋਂ ਵੀ ਜ਼ਿਆਦਾ ਪਾਪ ਕਰਨ ਵਾਲੇ ਹੋ ਤਾਂ ਵੀ ਗਿਆਨ ਰੂਪੀ ਕਿਸ਼ਤੀ ਨਾਲ ਹੀ ਸਾਰੇ ਪਾਪ ਰੂਪੀ ਸਮੁੰਦਰ ਨੂੰ ਪਾਰ ਕਰ ਜਾਵੋਗੇ ਡੰਡੀ। ਹੇ ਅਰਜਨ, ਜਿਸ ਤਰ੍ਹਾਂ ਖੂਬ ਬਲਦੀ ਹੋਈ ਅੱਗ ਲੱਕੜੀ
ਹੋਈ ਅੱਗ ਲੱਕੜੀ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ, ਉਸੇ ਤਰ੍ਹਾਂ ਹੀ ਗਿਆਨ ਰੂਪੀ ਅੱਗ ਸਾਰਿਆਂ ਕਰਮਾਂ ਨੂੰ ਭਸਮ ਕਰ ਦਿੰਦੀ ਹੈ। ਡੰਡੀ। ਇਸ ਲੋਕ ਵਿੱਚ ਮਨ ਵਰਗਾ ਪਵਿੱਤਰ ਹੋਰ ਕੁਝ ਵੀ ਨਹੀਂ ਹੈ। ਡੰਡੀ। ਇਹ ਬ੍ਰਹਮ ਬਹੁਤ ਸਮੇਂ ਤੱਕ ਕਰਮ ਯੋਗ ਨਾਲ ਸਿੱਧ ਹੋਏ ਪੁਰਸ਼ਾਂ ਨੂੰ ਆਪਣੇ ਆਪ ਹੀ ਪ੍ਰਾਪਤ ਹੁੰਦਾ ਹੈ। ਡੰਡੀ। ਜਿਹੜਾ ਸ਼ਰਧਾਲੂ ਪੁਰਸ਼ ਇੰਦਰੀਆਂ ਨੂੰ ਜਿੱਤ ਕੇ ਬ੍ਰਹਮ ਗਿਆਨ ਵਿੱਚ ਲਗਾ ਦਿੰਦਾ ਹੈ, ਉਹ ਗਿਆਨ ਨੂੰ ਪ੍ਰਾਪਤ ਕਰਦਾ ਹੈ ਅਤੇ ਗਿਆਨ ਨੂੰ ਪਾ ਕੇ ਥੋੜ੍ਹੇ ਸਮੇਂ ਵਿੱਚ ਹੀ ਸ਼ਾਂਤੀ ਨੂੰ ਪਾ ਜਾਂਦਾ ਹੈ। ਡੰਡੀ। ਅਗਿਆਨੀ, ਸ਼ਰਧਾ ਰਹਿਤ ਅਤੇ ਜਿਨ੍ਹਾਂ ਦੇ ਮਨ ਵਿੱਚ ਸੰਦੇਹ ਹੈ, ਅਜਿਹੇ ਜਿਹੜੇ ਪੁਰਸ਼ ਹਨ ਉਹ ਨਸ਼ਟ ਹੋ ਜਾਂਦੇ ਹਨ। ਡੰਡੀ। ਜਿਨ੍ਹਾਂ ਦਾ ਮਨ ਹਮੇਸ਼ਾ ਸੰਜਮੀ ਰਹਿੰਦਾ ਹੈ, ਉਹਨਾਂ ਨੂੰ ਇਹ ਲੋਕ ਪਰਲੋਕ ਅਤੇ ਸੁੱਖ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਡੰਡੀ। ਜਿਸਨੇ ਪਰਮੇਸ਼ਵਰ ਦੀ ਤਪੱਸਿਆ ਅਤੇ ਨਿਸ਼ਕਾਮ ਕਰਮ ਯੋਗ ਦੇ ਆਸਰੇ ਨਾਲ ਕਰਮ ਬੰਧਨ ਛੱਡ ਦਿੱਤੇ ਹਨ ਅਤੇ ਗਿਆਨ ਨਾਲ ਜਿਸ ਦੇ ਸਾਰੇ ਸ਼ੱਕ ਦੂਰ ਹੋ ਗਏ ਹਨ। ਡੰਡੀ। ਹੇ ਅਰਜਨ, ਉਹ ਆਤਮ ਗਿਆਨੀ ਪੁਰਸ਼ ਨੂੰ ਕਰਮ ਨਹੀਂ ਬੰਨ੍ਹਦੇ। ਡੰਡੀ। ਇਸ ਲਈ ਹੇ ਅਰਜਨ, ਅਗਿਆਨ ਨਾਲ ਪੈਦਾ ਹੋਏ ਚਿੱਤ ਦੇ ਇਸ ਸੰਦੇ ਨੂੰ ਗਿਆਨ ਰੂਪੀ ਤਲਵਾਰ ਨਾਲ ਕੱਟ ਕੇ ਦੱਸੇ ਹੋਏ ਕਰਮ ਯੋਗ ਨੂੰ ਕਰਮ ਕਰਨ ਲਈ ਤਿਆਰ ਹੋ ਜਾ। ਡੰਡੀ। ਸ਼੍ਰੀਮਦ ਭਗਵਤ ਗੀਤਾ ਦਾ ਚੌਥਾ ਅਧਿਆਇ ਸਮਾਪਤ। ਡੰਡੀ।